सब जग तेरा होए, कहाँ बुद्ध प्रभ तुच्छ हमारी। बरन सके महिमा जो तिहारी, हम ना सकत कर सिफत तुम्हारी। आप लेहो तुम कथा सुधारी, हम ना सकत कर सिफत तुम्हारी। आप लेहो तुम कथा सुधारी। गुरु रूप सन्मानयोग साध संगत जी, गुरु साहिब जी की बहुत ही किरपा हुई है साडे जीआं ते। ਅੰਮ੍ਰਿਤ ਵੇਲੇ ਰਾਤ ਦੇ ਚੌਥੇ ਪਹਿਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਜਣ ਦਾ ਸੁਭਾਗ ਭਰਿਆ ਸਮਾਂ ਵਾਹਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ ਜੀ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਹ ਦੁਆਰ। ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਦੇ ਨਾਲ ਸਰਬੱਤ ਸੰਗਤਾਂ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਅਰਜ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਬਚਨ ਹੈ, ਰਾਗ ਸੋਰਠ ਦੇ ਵਿੱਚ 615 ਅੰਗ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਇਮਾਨ ਹੈ, ਅੰਕਿਤ ਹੈ। ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਹੈ ਤੇ 616 ਅੰਗ ਤੇ ਇਸ ਦੀ ਸੰਪੂਰਨਤਾ ਹੁੰਦੀ ਆ 615 ਅੰਗ ਤੋਂ ਆਰੰਭ ਹੋ ਕੇ। ਜ਼ਿੰਦਗੀ ਵਿੱਚ ਜਦੋਂ ਆਪਾਂ ਵੇਖਦੇ ਹਾਂ, ਹਰ ਇਨਸਾਨ ਕਿਸੇ ਨਾ ਕਿਸੇ ਪੀੜਾ ਦੇ ਵਿੱਚ ਆ, ਦੁੱਖ ਦੇ ਵਿੱਚ ਆ, ਗਮੀ ਦੇ ਵਿੱਚ ਆ, ਸੋਗ ਦੇ ਵਿੱਚ ਆ ਜਾਂ ਰੋਗ ਦੇ ਵਿੱਚ ਆ। ਹਰ ਇਨਸਾਨ ਦੇ ਆਪਣੇ ਆਪਣੇ ਦੁੱਖ ਤਕਲੀਫ ਤੇ ਸੋਗ ਹਨ ਤੇ ਸੰਸੇ ਨੇ। ਕਈ ਵਾਰ ਜਿਨ੍ਹਾਂ ਨੂੰ ਉਹ ਜੱਗ ਦੇ ਵਿੱਚ ਜ਼ਾਹਰ ਕਰ ਸਕਦਾ ਦੂਜਿਆਂ ਅੱਗੇ, ਕੁਝ ਲੋਕ ਐਸੇ ਆ ਜਿਹੜੇ ਆਪਣੇ ਦੁੱਖਾਂ ਨੂੰ ਦੂਜਿਆਂ ਅੱਗੇ ਬਿਆਨ ਵੀ ਨਹੀਂ ਕਰ ਪਾਉਂਦੇ। ਉਹ ਸਾਰੀਆਂ ਚੀਜ਼ਾਂ ਅੰਦਰ ਦੱਬ ਲੈਂਦੇ ਆ, ਉਹਨਾਂ ਦਾ ਦਮਨ ਕਰ ਲੈਂਦੇ ਆ। ਫਿਰ ਉਹਨਾਂ ਨੂੰ ਇਸ ਤੋਂ ਵੀ ਜ਼ਿਆਦਾ ਦੁੱਖ ਹੁੰਦਾ ਜਦੋਂ ਆਪਣਾ ਦੁੱਖ ਕਿਸੇ ਨੂੰ ਦੱਸ ਨਹੀਂ ਪਾਉਂਦੇ। ਦੁੱਖ ਸਾਂਝ ਕਰਨ ਲਈ, ਸੁੱਖਾਂ ਨੂੰ ਮਾਣਨ ਵਾਸਤੇ, ਖੁਸ਼ੀਆਂ ਸਾਂਝੀਆਂ ਕਰਨ ਲਈ ਸਾਨੂੰ ਰਿਸ਼ਤੇ ਚਾਹੀਦੇ ਹੁੰਦੇ ਆ। ਦੁਨੀਆ ਦੇ ਵਿੱਚ ਕੁਝ ਐਸੇ ਰਿਸ਼ਤੇ ਆ ਜਿਨ੍ਹਾਂ ਨਾਲ ਸਿਰਫ ਅਸੀਂ ਖੁਸ਼ੀਆਂ ਹੀ ਸਾਂਝੀਆਂ ਕਰ ਸਕਦੇ ਹਾਂ। ਦੁਨੀਆ ਵਿੱਚ ਕੁਝ ਅਜਿਹੇ ਰਿਸ਼ਤੇ ਵੀ ਆ ਜਿਨ੍ਹਾਂ ਨਾਲ ਖੁਸ਼ੀਆਂ ਵੀ ਸਾਂਝੀਆਂ ਹੋ ਸਕਦੀਆਂ ਤੇ ਦੁੱਖ ਵੀ ਅਸੀਂ ਉਹਨਾਂ ਨਾਲ ਆਪਣਾ ਸਾਂਝਾ ਕਰਕੇ ਉਹਨੂੰ ਘਟਾ ਸਕਦੇ ਹਾਂ। ਤਾਂ ਹੀ ਵਿਦਵਾਨ ਕਹਿੰਦੇ ਆ, ਰੋਣ ਦੇ ਲਈ ਇਨਸਾਨ ਨੂੰ ਦੂਜੇ ਮੋਢੇ ਦੀ ਲੋੜ ਪੈਂਦੀ ਆ, ਸਹਾਰੇ ਦੀ ਲੋੜ ਪੈਂਦੀ ਆ। ਰੋਣ ਦੇ ਵਾਸਤੇ ਮਨੁੱਖ ਨੂੰ ਦੂਜਿਆਂ ਦੀ ਲੋੜ ਪੈਂਦੀ ਆ, ਖੁਸ਼ੀਆਂ ਮਨਾਉਣ ਲਈ ਵੀ ਦੂਜਿਆਂ ਦੀ ਲੋੜ ਪੈਂਦੀ।
ਇਕੱਲਾ ਮਨੁੱਖ ਆਪਣੇ ਮੋਢੇ 'ਤੇ ਸਿਰ ਰੱਖ ਕੇ ਨਹੀਂ ਰੋ ਸਕਦਾ। ਹਮੇਸ਼ਾ ਇਨਸਾਨ ਨੂੰ ਰਿਸ਼ਤਿਆਂ ਦੀ ਲੋੜ ਪੈਂਦੀ ਸੀ, ਜੁਗਾਂ ਜੁਗਾਂ ਤੱਕ ਪੈਂਦੀ ਹੈ ਅਤੇ ਪੈਂਦੀ ਰਹੂਗੀ। ਹੁਣ ਪਰ ਜੋ ਰਿਸ਼ਤੇ ਹੁੰਦੇ ਆ, ਨਾਤੇ ਹੁੰਦੇ ਆ, ਸੰਬੰਧ ਹੁੰਦੇ ਆ, ਉਹਦੇ ਵਿੱਚ ਅਸੀਂ ਜ਼ਰੂਰੀ ਨਹੀਂ ਕਿ ਹਰ ਰਿਸ਼ਤੇ ਦੇ ਵਿੱਚ ਆਪਣੀ ਹਰ ਗੱਲ ਕਿਸੇ ਨੂੰ ਦੱਸ ਸਕੀਏ। ਕਈ ਅਜਿਹੇ ਰਿਸ਼ਤੇ ਆ, ਉਹਨਾਂ ਨਾਲ ਅਸੀਂ ਇੱਕ ਬੈਠ ਕੇ ਚਾਹ ਦਾ ਕੱਪ ਪੀ ਸਕਦੇ ਹਾਂ, ਪਰ ਇਸ ਤੋਂ ਵੱਧਦਾ ਨਹੀਂ ਰਿਸ਼ਤਾ ਹੋਰ ਕੁਝ ਵੀ, ਜਾਂ ਹਾਲ ਚਾਲ ਪੁੱਛ ਸਕਦੇ ਹਾਂ, ਇਦੋਂ ਨਹੀਂ ਵੱਧਦਾ। ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਰਿਸ਼ਤਾ ਹੈ ਸਿੱਖ ਤੇ ਗੁਰੂ ਦਾ, ਜਿਹਦੇ ਕੋਲ ਆਪਾਂ ਹਰ ਇੱਕ ਗੱਲ ਆਪਣੀ ਸਾਂਝੀ ਕਰ ਸਕਦੇ ਹਾਂ ਗੁਰੂ ਦੇ ਅੱਗੇ, ਚਾਹੇ ਮੇਰੀਆਂ ਉਹ ਕਮੀਆਂ ਨੇ, ਚਾਹੇ ਮੇਰੇ ਉਹ ਔਗਣ ਨੇ, ਚਾਹੇ ਮੇਰਾ ਦੁੱਖ ਆ ਤੇ ਚਾਹੇ ਮੇਰੀਆਂ ਖੁਸ਼ੀਆਂ ਨੇ। ਮੈਂ ਹੋਰ ਥਾਉ ਨਾਹੀਂ ਜਿਸ ਪਹਿ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਗੁਰੂ ਸਾਹਿਬ ਦਾ ਇੱਕ ਵੱਡਾ ਗੁਣ ਆ, ਗੁਰੂ ਸਾਹਿਬ ਇਹ ਨਹੀਂ ਕਦੇ ਕਹਿੰਦੇ ਅੱਜ ਤੂੰ ਫੇਰ ਆ ਗਿਆ। ਦੁਨਿਆਵੀ ਰਿਸ਼ਤਿਆਂ ਦੇ ਵਿੱਚ ਇਹ ਤੁਹਾਨੂੰ ਸੁਣਨ ਨੂੰ ਮਿਲੇਗਾ। ਜੇ ਤੁਸੀਂ ਵਾਰ-ਵਾਰ ਕਿਸੇ ਤੋਂ ਹੈਲਪ ਮੰਗੋਗੇ, ਮਦਦ ਮੰਗੋਗੇ, ਤਾਂ ਫਿਰ ਹੋ ਸਕਦਾ ਕੋਈ ਸਾਹਮਣੇ ਵਾਲਾ ਕਹਿ ਦੇਵੇ ਅੱਜ ਤੂੰ ਫੇਰ ਆ ਗਿਆ। ਜੇ ਨਾ ਵੀ ਕਵੇ ਤੇ ਹੋ ਸਕਦਾ ਤੁਹਾਨੂੰ ਜਵਾਬ ਦੇ ਦੇਵੇ। ਗੁਰੂ ਤੇ ਸਿੱਖ ਦਾ ਐਸਾ ਰਿਸ਼ਤਾ, ਤੁਸੀਂ ਆਪਣੇ ਗੁਰੂ ਜੀ ਨੂੰ ਆਪਣਾ ਹਰ ਦੁੱਖ, ਗੁਰੂ ਸਾਹਿਬ ਨੂੰ ਆਪਣਾ ਹਰ ਸੁੱਖ, ਹਰ ਖੁਸ਼ੀ ਦੱਸ ਸਕਦੇ ਹੋ। ਦੁੱਖ ਦੇ ਵਿੱਚ ਇਹ ਤੁਹਾਡੇ ਸਹਾਰੇ ਬਣਦੇ ਆ, ਖੁਸ਼ੀਆਂ ਦੇ ਵਿੱਚ ਇਹ ਇਹਨਾਂ ਨੂੰ ਹੋਰ ਵੀ ਚਾਰ ਚੰਦ ਲਾਉਂਦੇ ਆ। ਐਸੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਤੇ ਸਾਡੇ ਗੁਰੂ ਸਾਹਿਬ ਜੀ ਹਨ। ਹੁਣ ਗੁਰੂ ਅਰਜਨ ਦੇਵ ਜੀ ਅੱਜ ਦੇ ਵਾਕ ਵਿੱਚ ਇਹੀ ਕਹਿ ਰਹੇ ਆ ਕਿ ਮੈਂ ਪਹਿਲਾਂ ਬੜੇ ਪ੍ਰੀਤਮ ਬਣਾਏ, ਕਬੀਰ ਪ੍ਰੀਤ ਇੱਕ ਸਿਉ ਕੀਏ, ਆਨ ਦੁਬਦਾ ਜਾਏ। ਪ੍ਰੀਤ ਤਾਂ ਇੱਕ ਦੇ ਨਾਲ ਹੀ ਹੁੰਦੀ ਆ, ਬਹੁਤਿਆਂ ਨਾਲ ਪ੍ਰੀਤ ਪਾਉਣੀ, ਬਹੁਤੇ ਯਾਰ ਬਣਾਉਣੇ। ਇਸ ਤਰ੍ਹਾਂ ਹਨ ਜਿਸ ਤਰ੍ਹਾਂ ਕਿ ਇਨਸਾਨ ਬਹੁਤ ਬੇੜੀਆਂ 'ਚ ਸਵਾਰ ਹੋ ਗਿਆ। ਇਨਸਾਨ ਦਾ ਗੁਰੂ ਵੀ ਇੱਕ ਹੋ ਸਕਦਾ, ਇਨਸਾਨ ਦਾ ਸਿੱਖਣ ਵਾਲਾ, ਸਿਖਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਜੋ ਆ, ਦੱਸਣ ਵਾਲਾ, ਸੋਝੀ ਕਰਾਉਣ ਵਾਲਾ, ਸ਼ਰਧਾ ਰੱਖਣ ਵਾਲਾ ਸਿੱਖ ਇੱਕ ਤੇ ਹੀ ਟੇਕ ਰੱਖਦਾ। ਬਹੁਤ ਦਰ ਨਹੀਂ ਉਹ ਜਾਂਦਾ, ਵੱਖ-ਵੱਖ ਤਰੀਕਿਆਂ ਦੇ ਨਾਲ ਨਹੀਂ ਉਹ ਸ਼ਰਧਾ ਰੱਖ ਕੇ ਇੱਕੋ ਹੀ ਆਪਣੇ ਗੁਰੂ 'ਤੇ ਭਰੋਸਾ ਰੱਖਦਾ ਤੇ ਉਹਨੂੰ ਹੀ ਆਪਣੇ ਦੁੱਖ ਦੇ, ਗੁਰੂ ਨਹੀਂ ਹੂੰ ਆਪਣੇ ਸੁੱਖ ਦੱਸਦਾ, ਕਿਉਂਕਿ ਉਹਦੇ ਕੋਲ ਹੋਰ ਥਾਂ ਨਹੀਂ ਹੁੰਦੀ। ਸਿੱਖ ਕੋਲ ਹੋਰ ਕੋਈ ਥਾਂ ਨਹੀਂ ਹੁੰਦੀ ਇਹ ਚੀਜ਼ਾਂ ਨੂੰ ਦੱਸਣ ਪੁੱਛਣ ਵਾਸਤੇ। ਉਹਦੇ ਕੋਲ ਕੀ ਆ, ਮੈਂ ਹੋਰ ਥਾਉ ਨਾਹੀਂ ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਤਾਂ ਦੁਨੀਆ ਦੇ ਤਮਾਮ ਲੋਕ ਜਿਹੜੇ ਆ ਸਾਰੇ ਹੀ ਆਪਾਂ ਵੇਖਦੇ ਹਾਂ ਦੁਖੀ ਨੇ। ਹਰ ਇੱਕ ਇਨਸਾਨ ਦੀ ਪੀੜਾ ਵੱਖਰੀ ਆ। ਤੁਹਾਡਾ ਦੁੱਖ ਕੋਈ ਹੋਰ ਹੋਣਾ, ਮੇਰਾ ਦੁੱਖ ਕੋਈ ਹੋਰ ਤਰ੍ਹਾਂ ਦਾ ਹੋਵੇਗਾ। ਸਾਡੇ ਰਿਸ਼ਤੇਦਾਰ, ਦੋਸਤ, ਮਿੱਤਰ, ਸੱਜਣ ਸਭ ਦੇ ਕੋਲੇ ਪੀੜਾ ਹੈਗੀ ਆ। ਕੋਈ ਤਨ ਦੁਖੀ ਹੈ, ਕੋਈ ਮਨ ਦੁਖੀ, ਕੋਈ ਸਰੀਰ ਕਰਕੇ ਦੁਖੀ ਆ, ਕੋਈ ਮਨ ਕਰਕੇ ਦੁਖੀ ਆ, ਕੋਈ ਚਿੱਤ ਉਦਾਸ, ਕਿਸੇ ਦਾ ਚਿੱਤ ਉਦਾਸ ਆ। ਏਕ ਏਕ ਦੁਖ ਸਭੀ ਕੋ, ਸੁਖੀ ਸੰਤ ਕਾ ਦਾਸ। ਇੱਕ ਇੱਕ ਦੁੱਖ ਤਾਂ ਸਾਰਿਆਂ ਕੋਲ ਹੈਗਾ ਹੀ ਆ, ਪੀੜਾ ਹੈਗੀ ਆ, ਕੋਈ ਮੰਨੇ ਜਾਂ ਨਾ ਮੰਨੇ, ਹਰ ਇਨਸਾਨ ਦੇ ਅੰਦਰ ਦੁੱਖ ਆ। ਇਹ ਵੀ ਕਹਿੰਦੇ ਨੇ ਕਵੀ ਜੀ ਇੱਕ ਕਿ ਇਨਸਾਨ ਦੇ ਅੰਦਰ ਇਤਨਾ ਜ਼ਿਆਦਾ ਪਾਣੀ ਆ ਜਿਹੜਾ ਹੰਝੂਆਂ ਦੇ ਰੂਪ ਵਿੱਚ ਜਦੋਂ ਬਾਹਰ ਆਉਂਦਾ ਤੇ 7 ਸਮੁੰਦਰ ਉਹਦੇ ਅੱਗੇ ਫਿੱਕੇ ਪੈ ਜਾਂਦੇ ਆ। ਇੰਨਾ ਬੰਦਾ ਰੋ ਸਕਦਾ ਤੇ ਇੰਨਾ ਬੰਦਾ ਰੋਇਆ ਦੁੱਖਾਂ ਦੇ ਵਿੱਚ ਆ ਕੇ। ਪ੍ਰਭ ਕੀ ਸਰਣ ਸਗਲ ਭੈ ਲਾਥੇ,
ਹੁਕਮਨਾਮਾ ਸਾਹਿਬ ਇੱਥੋਂ ਸ਼ੁਰੂ ਹੁੰਦਾ। ਸੋਰਠ ਮਹੱਲਾ ਪੰਜਵਾਂ। ਰਾਗ ਸੋਰਠ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਵਾਕ। ਪ੍ਰਭ ਕੀ ਸਰਣ, ਗੁਰੂ ਦੀ ਸ਼ਰਨ ਆ ਕੇ ਸਗਲ ਭੈ ਲਾਥੇ, ਸਾਰੇ ਦੁੱਖ ਮੇਰੇ ਦੂਰ ਹੋ ਗਏ। ਆਮ ਜਿਹੜੇ ਦੁੱਖ ਆ ਸਾਡੇ ਉਹ ਛੋਟੇ ਛੋਟੇ ਆ। ਇੱਕ ਬੰਦੇ ਅੰਦਰ ਮੌਤ ਦਾ ਡਰ ਆ, ਬਾਕੀ ਭੈ ਛੋਟੇ ਛੋਟੇ ਆ, ਬਾਕੀ ਡਰ ਛੋਟੇ ਛੋਟੇ ਹੁੰਦੇ ਆ, ਹੌਲੀ ਹੌਲੀ ਉਹ ਦੂਰ ਹੋ ਜਾਂਦੇ ਆ। ਜਿਵੇਂ ਮੰਨ ਲਓ ਕਿਸੇ ਨੂੰ ਸਾਈਕਲ ਨਹੀਂ ਚਲਾਉਣਾ ਆਉਂਦਾ, ਛੋਟਾ ਬੱਚਾ ਹੈ, ਪਹਿਲਾਂ ਉਹ ਹੌਲੀ ਹੌਲੀ ਡਰਦਾ ਚਲਾਉਂਦਾ, ਫਿਰ ਜਦੋਂ ਸਿੱਖ ਜਾਂਦਾ ਫਿਰ ਉਹ ਗੱਲਾਂ ਵੀ ਕਰੀ ਜਾਂਦਾ, ਸਾਈਕਲ ਵੀ ਚਲਾਈ ਜਾਂਦਾ। ਇਹ ਛੋਟੇ ਡਰ ਆ। ਇਵੇਂ ਕਿਸੇ ਅੰਦਰ ਡਰ ਹੁੰਦਾ ਕਿ ਮੈਥੋਂ ਆਹ ਚੀਜ਼ ਹੋਣੀ ਨਹੀਂ। ਜਿਵੇਂ ਕਿ ਸਟੇਜ 'ਤੇ ਬੋਲਣ ਦਾ ਇੱਕ ਡਰ ਆ, ਸਰੋਤਿਆਂ ਦੇ ਵਿੱਚ ਆਪਣੀ ਗੱਲ ਰੱਖਣ ਦਾ, ਅਭਿਆਸ ਦੇ ਨਾਲ ਇਹ ਵੀ ਠੀਕ ਹੋ ਜਾਂਦਾ। ਇਹ ਛੋਟੇ ਡਰ ਆ, ਨਿਕਲ ਜਾਂਦੇ ਆ। ਹੋਰ ਵੀ ਬੜੇ ਤਰ੍ਹਾਂ ਦੇ ਡਰ ਹੁੰਦੇ ਆ। ਇਨਸਾਨ ਫਿਰ ਜਿਵੇਂ ਜਿਵੇਂ ਤਜਰਬਾ ਉਹਨੂੰ ਆਉਂਦਾ ਉਹ ਦੂਰ ਹੋ ਜਾਂਦੇ ਆ। ਪਰ ਇੱਕ ਡਰ ਹੈ, ਉਹ ਆ ਕਿ ਮੌਤ ਦਾ ਡਰ। ਉਹ ਬੜਾ ਔਖਾ ਦੂਰ ਹੁੰਦਾ। ਉਹ ਕਦੋਂ ਹੁੰਦਾ? ਪ੍ਰਭ ਕੀ ਸਰਣ ਸਗਲ ਭੈ ਲਾਥੇ। ਗੁਰੂ ਦੀ ਸ਼ਰਨ ਪੈ ਕੇ ਸਾਰੇ ਦੁੱਖ ਤੇ ਵੱਡਾ ਦੁੱਖ ਮੌਤ ਦਾ ਉਹ ਲੈ ਜਾਂਦਾ ਮਨ ਦੇ ਵਿੱਚੋਂ। ਦੁੱਖ ਬਿਨ ਸੇ ਸੁਖ ਪਾਇਆ, ਦੁੱਖਾਂ ਦੇ ਬਦਲੇ ਸੁੱਖ ਦੀ ਪ੍ਰਾਪਤੀ ਹੁੰਦੀ ਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਦਇਆਲ ਹੋਆ, ਜਦੋਂ ਵਾਹਿਗੁਰੂ ਜੀ ਦਇਆਲ ਹੋ ਜਾਂਦੇ ਆ, ਸੁਆਮੀ ਜੀ, ਕਦੋਂ? ਉਦੋਂ ਜਦੋਂ ਮੈਂ ਪੂਰੇ ਸਤਿਗੁਰੂ ਨੂੰ ਦਿਲੋਂ ਯਾਦ ਕੀਤਾ, ਸ਼ਰਧਾ ਬਣਾਈ ਆ ਉਹਦੇ 'ਤੇ, ਪਰਮੇਸ਼ਰ 'ਤੇ, ਉਦੋਂ ਮੇਰੇ ਡਰ ਦੂਰ ਹੋਏ ਆ। ਇਸ ਕਰਕੇ ਦੁਨੀਆ ਦੇ ਲੋਕਾਂ ਅੰਦਰ ਬਹੁਤ ਡਰ ਹੁੰਦੇ ਆ। ਹਰ ਕਿਸੇ ਦਾ ਡਰ ਵੱਖਰਾ। ਕੋਈ ਹਨੇਰੇ ਵਿੱਚ ਜਾਣ ਤੋਂ ਡਰੇਗਾ, ਕੋਈ ਮੌਤ ਤੋਂ ਡਰੇਗਾ, ਕੋਈ ਇਸ ਤਰ੍ਹਾਂ ਦੂਜਿਆਂ ਸਾਹਮਣੇ ਆਪਣਾ ਦੁੱਖ ਰੱਖਣ ਤੋਂ ਵੀ ਡਰਦੇ ਆ ਕਿ ਇਸ ਤਰ੍ਹਾਂ ਜੇ ਇਹਨਾਂ ਨੂੰ ਦੱਸ ਦਿੱਤਾ ਤਾਂ ਹੋ ਸਕਦਾ ਮੇਰੀ ਇੱਜ਼ਤ ਨਾ ਰਹੇ, ਚਾਰ ਬੰਦਿਆਂ ਦੇ ਵਿੱਚ ਮੈਂ ਇਸ ਤਰ੍ਹਾਂ ਬੋਲਣਾ, ਮੇਰੀ ਇੱਜ਼ਤ ਬਣੇ, ਇਸ ਤਰ੍ਹਾਂ ਤਿਆਰ ਹੋਵਾਂ, ਮੇਰੀ ਇੱਜ਼ਤ ਨਾ ਕਿਤੇ ਗਵਾਚ ਜਾਵੇ। ਪਰ ਬੜੇ ਤਰ੍ਹਾਂ ਦੇ ਡਰ ਨੇ ਬੰਦੇ ਨੂੰ। ਜਦੋਂ ਭਗਤ ਆਪਦੇ ਗੁਰੂ ਮੁਰਸ਼ਿਦ ਨਾਲ ਜੁੜਦਾ, ਉਹਨੂੰ ਕੋਈ ਵੀ ਡਰ ਨਹੀਂ ਰਹਿੰਦਾ ਦੁਨੀਆ ਦਾ। ਸਗਲ ਭੈ ਲਾਥੇ, ਸਾਰੇ ਡਰ ਉਹਦੇ ਦੂਰ ਹੋ ਜਾਂਦੇ ਆ, ਬਿਨਸ ਜਾਂਦੇ ਆ। ਨਹੀਂ, ਇਨਸਾਨ ਕੀ ਹੈ? ਇਨਸਾਨ ਕਵੀ ਤੁਲਸੀਦਾਸ ਜੀ ਵੀ ਕਹਿੰਦੇ ਆ, ਜਾਂ ਹੋਰ ਵੀ ਬੜੇ ਵਿਦਵਾਨ ਸਾਰੇ ਸਾਨੂੰ ਦੱਸਦੇ ਆ, ਭਾਈ ਗੁਰਦਾਸ ਜੀ ਵੀ ਸਾਰੀਆਂ ਗੱਲਾਂ ਵਾਰ-ਵਾਰ ਕਹਿੰਦੇ ਆ ਕਿ ਇਨਸਾਨ ਇਹੀ ਸੋਚੀ ਜਾਂਦਾ, ਦੂਜੇ ਕੀ ਕਹਿਣਗੇ, ਦੂਜੇ ਭਾਏ ਅਤ ਦੁੱਖ ਲੱਗਾ। ਦੂਜੇ ਕੀ ਕਹਿਣਗੇ, ਲੋਕ ਕੀ ਕਹਿਣਗੇ। ਲੋਕ ਇਹ ਸੋਚਦੇ ਆ ਤੁਸੀਂ ਕੀ ਕਹੋਗੇ, ਤੁਸੀਂ ਇਹ ਸੋਚਦੇ ਹੋ ਲੋਕ ਕੀ ਕਹਿਣਗੇ। ਦੂਜਾ ਕੀ ਸੋਚਦਾ ਮੇਰੇ ਬਾਰੇ, ਸਾਹਮਣੇ ਵਾਲਾ ਇਹ ਮੈਂ ਸੋਚ ਰਿਹਾ, ਉਹ ਵੀ ਸੋਚ ਰਿਹਾ ਕਿ ਇਹ ਮੇਰੇ ਬਾਰੇ ਕੀ ਸੋਚ ਰਿਹਾ। ਇੱਦਾਂ ਦੇ ਹਾਲਾਤ ਵਿੱਚ ਗੁਜ਼ਰ ਜਾਂਦੀ ਹੈ ਜ਼ਿੰਦਗੀ। ਲੋਕ ਕੀ ਕਹਿਣਗੇ, ਫਲਾਣਾ ਬੰਦਾ ਮੈਨੂੰ ਕੀ ਕਹੂਗਾ। ਇਸ ਤਰ੍ਹਾਂ ਦਾ ਜਿਹੜਾ ਇੱਕ ਡਰ ਆ ਬੰਦੇ ਅੰਦਰ, ਤੇ ਉਹਨੇ ਹੀ ਇਨਸਾਨ ਨੂੰ ਬੰਦਗੀ ਨਹੀਂ ਕਰਨ ਦਿੱਤੀ। ਉਹਨੇ ਸਗੋਂ ਇਹੀ ਸੋਚੀ ਗਿਆ ਕਿ ਲੋਕ ਕੀ ਕਹਿਣਗੇ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਹੇ ਵਾਹਿਗੁਰੂ ਤੂੰ ਮੇਰਾ ਸਾਹਿਬ ਹੈ, ਤੂੰ ਮੇਰਾ ਦਾਤਾ ਹੈ। ਹੁਣ ਮੈਂ ਸਾਰੇ ਡਰ ਛੱਡ ਕੇ ਤੇਰੀ ਭਗਤ ਨਾ ਛੋਡੋ, ਭਾਵੇਂ ਲੋਕ ਹੱਸੈ। ਤੇਰੀ ਇਬਾਦਤ ਕਰਨੀ ਮੈਂ ਛੱਡਣੀ ਨਹੀਂ, ਭਾਵੇਂ ਦੁਨੀਆ ਦੇ ਲੋਕ ਹੱਸਦੇ ਆ ਤੇ ਹੱਸਦੇ ਰਹਿਣ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਮੇਰੇ 'ਤੇ ਕਿਰਪਾ ਕਰੋ ਵਾਹਿਗੁਰੂ ਜੀ, ਦੀਨ ਦਿਆਲ ਜੀ, ਮੈਂ ਤੁਹਾਡੇ ਗੁਣ ਗਾਉਂਦਾ ਰਹਾਂ। ਰਹਾਉ ਸਤਿਗੁਰ ਨਾਮ ਨਿਧਾਨ ਦਿਰੜਾਇਆ। ਸਤਿਗੁਰੂ ਦਾ ਨਾਮ ਨਿਧਾਨ ਆ, ਖਜ਼ਾਨਾ ਹੈ। ਗੁਰੂ ਨੇ ਇਹ ਮੈਨੂੰ ਕੰਠ ਕਰਵਾਇਆ, ਮੇਰੇ ਹਿਰਦੇ 'ਚ ਵਸਾਇਆ। ਚਿੰਤਾ ਸਗਲ ਵਿਨਾਸੀ, ਉਦੋਂ ਦੀ ਚਿੰਤਾ ਦੂਰ ਹੋਈ ਆ ਜਦੋਂ ਉੱਥੇ ਸਿਮਰਨ ਆਇਆ, ਚੇਤੇ ਕੀਤਾ ਰੱਬ ਨੂੰ, ਉਦੋਂ ਚਿੰਤਾ ਦੂਰ ਹੋਈ ਆ। ਕਰ ਕਿਰਪਾ ਆਪਣੋ ਕਰ ਲੀਨਾ, ਮੇਰੇ 'ਤੇ ਕਿਰਪਾ ਕਰਕੇ ਮੈਨੂੰ ਆਪਣਾ ਬਣਾਇਆ। ਮਨ ਬਸਿਆ ਅਬਿਨਾਸੀ,
ਮਨ ਦੇ ਵਿੱਚੋਂ ਡਰ ਦੂਰ ਹੋਇਆ, ਫੇਰ ਚੀਜ਼ਾਂ ਸਾਰੀਆਂ ਵਸੀਆਂ, ਚੰਗੇ ਗੁਣ ਆ ਕੇ ਵਸੇ। ਕਿਉਂਕਿ ਇਹ ਤਾਂ ਆਮ ਗੱਲ ਆ, ਇੱਕ ਚੀਜ਼ ਪਾਸੇ ਕਰੋ ਤੇ ਦੂਜੀ ਚੀਜ਼ ਉਹਦੇ ਖੜਦੀ ਆ ਕੇ, ਜਾਂ ਬਰਤਨ ਦੇ ਵਿੱਚ ਕੋਈ ਪਾਣੀ ਆ, ਉਹਨੂੰ ਬਾਹਰ ਕੱਢੋ ਤੇ ਦੁੱਧ ਪਊਗਾ। ਪਹਿਲਾਂ ਖਾਲੀ ਕਰਨਾ ਪੈਂਦਾ ਬਰਤਨ ਨੂੰ, ਫਿਰ ਉਹਦੇ ਵਿੱਚ ਕੋਈ ਦੂਜੀ ਚੀਜ਼ ਸਮਾ ਸਕਦੀ ਆ। ਜਦੋਂ ਮੇਰੀ ਚਿੰਤਾ ਦੂਰ ਹੋਈ ਆ, ਉਹ ਤਾਂ ਹੋਈ ਆ, ਚਿੰਤਾ ਨੂੰ ਕੱਢ ਕੇ ਵਾਹਿਗੁਰੂ ਨੇ ਉਹਦੇ ਵਿੱਚ ਸਿਮਰਨ ਪਾ ਦਿੱਤਾ। ਮਨ ਰੂਪੀ ਭਾਂਡੇ 'ਚ ਤਾਂ ਕੋ ਵਿਘਨ ਨ ਕੋ ਲਾਗੈ, ਉਹ ਬੰਦੇ ਨੂੰ ਕੋਈ ਵਿਘਨ ਨਹੀਂ ਲੱਗਦਾ ਜੋ ਸਤਿਗੁਰ ਆਪਣੇ ਰਾਖੇ, ਜਿਹਦੀ ਗੁਰੂ ਮਹਾਰਾਜ ਰੱਖਿਆ ਕਰਦੇ ਆ। ਚਰਨ ਕਮਲ ਵਸੇ ਰਿਦ ਅੰਤਰ, ਗੁਰੂ ਦੇ ਚਰਨ ਕਮਲ ਕੀ ਆ? ਬਾਣੀ ਹੈ, ਇਤਿਹਾਸ ਆ ਸਾਡਾ, ਸਾਡੇ ਯੋਧਿਆਂ ਦੀਆਂ ਵਾਰਾਂ ਨੇ। ਗੁਰੂ ਸਾਹਿਬ ਦੇ ਚਰਨ ਕਮਲ ਕੀ ਨੇ? ਸਤਿਗੁਰੂ ਮਹਾਰਾਜ ਦੀ ਕਥਾ ਹੈ, ਕੀਰਤਨ ਆ, ਉਹਨਾਂ ਦੇ ਸ਼ਬਦ ਨੇ, ਉਹਨਾਂ ਦਾ ਸਿਮਰਨ ਆ। ਇਹੀ ਮੇਰੇ ਹਿਰਦੇ ਵਿੱਚ ਵਸਿਆ, ਅੰਮ੍ਰਿਤ ਹਰ ਰਸ ਚਾਖੀ। ਫਿਰ ਮੈਨੂੰ ਉਹਦਾ ਆਨੰਦ ਵੀ ਆਇਆ, ਇਹ ਮਾਣਿਆ ਵੀ ਆ ਸਵਾਦ ਮੈਂ। ਕਰ ਸੇਵਾ ਸੇਵਕ ਪ੍ਰਭ ਆਪਣੇ, ਆਪਣੇ ਗੁਰੂ ਦੀ ਗੋਲੇ ਬਣ ਕੇ ਸੇਵਾ ਕਰਨੀ ਚਾਹੀਦੀ ਆ, ਸਾਹਿਬ ਬਣ ਕੇ ਨਹੀਂ। ਕਰ ਸੇਵਾ ਸੇਵਕ ਪ੍ਰਭ ਆਪਣੇ, ਆਪਦੇ ਗੁਰੂ ਦੀ ਸੇਵਾ ਕਰੋ, ਸੇਵਕ ਬਣ ਕੇ, ਚਾਕਰ ਬਣ ਕੇ, ਨੀਵੇਂ ਹੋ ਕੇ। ਜਿਨ ਮਨ ਕੀ ਇੱਛ ਪੁਜਾਈ, ਜਿਹਨੇ ਤੁਹਾਡੀ ਇੱਛਾ ਪੂਰੀ ਕੀਤੀ ਆ, ਜਿਸ ਨੇ ਤੁਹਾਡੀਆਂ ਮਨੋਕਾਮਨਾ ਪੂਰੀ ਕੀਤੀ ਆ, ਕਾਰਜ ਰਾਸ ਕੀਤੇ ਆ। ਇੱਕ ਬਹੁਤ ਹੀ ਪੁੱਜੇ ਹੋਏ ਮਹਾਂਪੁਰਸ਼ਾਂ ਦਾ ਕਥਨ ਹੈ, ਕਹਿੰਦੇ ਜਦੋਂ ਤੁਸੀਂ ਰੱਬ ਨੂੰ ਕਿਤੇ ਭੁੱਲ ਜਾਓ, ਦੁਨੀਆ ਵਿੱਚ ਇਵੇਂ ਹੁੰਦਾ, ਆਪਾਂ ਘਰ ਵਿੱਚ ਰਹਿਣਾ, ਸਮਾਜ 'ਚ ਰਹਿਣਾ, ਬਾਜ਼ਾਰ ਵਿੱਚ ਜਾਣਾ, ਕੰਮ ਧੰਦੇ ਕਰਨੇ ਆ, ਬੜਾ ਕੁਝ ਹੋ ਜਾਂਦਾ। ਜਦੋਂ ਤੁਸੀਂ ਰੱਬ ਨੂੰ ਭੁੱਲ ਜਾਓ, ਤੁਹਾਡੇ ਅੰਦਰ ਉਹਦੀ ਯਾਦ ਨਾ ਬਣੇ, ਤਾਂ ਹੌਲੀ ਹੌਲੀ ਉਹਦੇ ਜਿਹੜੇ ਅਹਿਸਾਨ ਆ ਤੁਹਾਡੇ 'ਤੇ, ਉਹ ਗਿਣਨ ਲੱਗ ਜਾਣਾ। ਉਸ ਦਿਨ ਸੋਚਣਾ ਕਿ ਸਭ ਤੋਂ ਵੱਧ ਅਹਿਸਾਨ ਮੇਰੇ 'ਤੇ ਕਿਹਦੇ ਆ। ਜਦੋਂ ਤੁਸੀਂ ਇਹ ਸੋਚਣ ਲੱਗੋਗੇ ਤਾਂ ਉਹਦੇ ਨਾਲ, ਉਹ ਕਹਿੰਦੇ ਆ, ਗਲਵੱਕੜੀ ਆਪਣੇ ਆਪ ਪੈ ਜਾਏਗੀ ਰੱਬ ਦੇ ਨਾਲ। ਉਹਦੀ ਯਾਦ ਤਾਂ ਛੱਡੋ ਵੀ ਯਾਦ ਆਊਗਾ, ਉਹਦੇ ਨਾਲ ਇਤਨੀ ਪੱਕੀ ਗੰਢ ਪੈ ਜਾਏਗੀ, ਤੁਸੀਂ ਪਾਈ ਗਲਵੱਕੜੀ ਛਡਾ ਨਹੀਂ ਸਕਦੇ ਤੇ ਉਹਦੇ ਅਹਿਸਾਨ ਤੁਸੀਂ ਯਾਦ ਰੱਖੋ। ਨਾਨਕ ਦਾਸ ਤਾ ਕਹਿ ਬਲਿਹਾਰੈ, ਸਦਕੇ ਹਾਂ ਉਹਨਾਂ ਦਾਸਾਂ ਤੋਂ, ਉਹਨਾਂ ਸੇਵਕਾਂ ਤੋਂ, ਉਹਨਾਂ ਗੁਰਮੁਖਾਂ ਤੋਂ ਤੇ ਆਪਣੇ ਗੁਰੂ ਤੋਂ, ਜਿਨ ਪੂਰਨ ਪੈਜ ਰਖਾਈ। ਜਿਹੜੇ ਗੁਰੂ ਨੇ ਮੇਰੀ ਪੈਜ ਰੱਖੀ ਆ, ਤਾਂ ਗੁਰੂ ਬੜਾ ਬੇਅੰਤ ਹੈ। ਜੇ ਉਹਦੇ ਅਹਿਸਾਨ ਆਪਾਂ ਗਿਣਨ ਲੱਗ ਜਾਈਏ, ਪਰਮਾਤਮਾ ਦੇ ਉਹ ਗਿਣੇ ਨਹੀਂ ਜਾ ਸਕਦੇ। ਫਿਰ ਵੀ ਇੱਕ ਕੋਸ਼ਿਸ਼ ਕਰਕੇ ਦੇਖ ਸਕਦੇ ਹਾਂ ਕੀ ਕੀ ਅਹਿਸਾਨ ਆ ਸਾਡੇ। ਰੱਬ ਨੇ ਸਭ ਤੋਂ ਪਹਿਲਾਂ ਤਾਂ ਸਿੰਧ ਪਰਬਤ ਮੇਦਨੀ ਧਰਤੀ ਬਣਾਈ ਆ। ਧਰਤੀ ਦੇ ਵਿੱਚ ਆਪਾਂ ਅੰਨ ਉਗਾਉਂਦੇ ਆ, ਅਨਾਜ ਉਗਾਉਂਦੇ ਆ। ਜੇ ਵਾਹਿਗੁਰੂ ਚਾਹਵੇ ਤੇ ਅੰਨ ਦੇ ਦਾਣੇ ਜਿਹੜੇ ਆ ਉੱਗਦੇ ਆ, ਜੇ ਉਹ ਨਾ ਚਾਹਵੇ ਤੇ ਫਿਰ ਉੱਗ ਨਹੀਂ ਸਕਦੇ, ਕਿਉਂਕਿ ਪਾਣੀ ਉਹਦਾ ਹੀ ਆ, ਪਾਣੀ ਉਹਦਾ ਬਖਸ਼ਿਆ ਹੋਇਆ ਹੈ, ਪਾਣੀ ਉਹਦੀ ਦਾਤ ਆ। ਸਾਡਾ ਇਹਦੇ ਵਿੱਚ ਦੇਖੀਏ ਹੌਲੀ ਹੌਲੀ ਦੂਰ ਦ੍ਰਿਸ਼ਟੀ ਨਾਲ ਕੁਝ ਵੀ ਨਹੀਂ ਰਹਿ ਜਾਂਦਾ ਪਿੱਛੇ। ਜੇ ਤਾਂ ਤੁਸੀਂ ਹੰਕਾਰ ਵਿੱਚ ਵੇਖਣਾ, ਫਿਰ ਤਾਂ ਸਰੀਰ 'ਤੇ ਇੱਕ ਰੋਮ ਵੀ ਆ, ਜਿਹੜਾ ਕੋਈ ਵੀ ਚੀਜ਼ ਆ ਉਹਨੂੰ ਵੀ ਤੁਸੀਂ ਆਪਣਾ ਕਹੋਗੇ। ਸਰੀਰ ਦਾ ਇੱਕ ਰੋਮ ਆ ਤੇ ਉਹਨੂੰ ਵੀ ਤੁਸੀਂ ਆਪਣਾ ਕਹੋਗੇ। ਜੇ ਤੁਹਾਡੇ 'ਚ ਹੰਕਾਰ ਆ, ਫਿਰ ਤੁਸੀਂ ਇੱਕ ਛੋਟੀ ਜਿਹੀ ਚੀਜ਼ ਨੂੰ ਆਪਣਾ ਕਹੋਗੇ। ਜੇ ਤੁਹਾਡੇ 'ਚ ਬਹੁਤ ਜ਼ਿਆਦਾ ਬੜੱਪਨ ਤੇ ਸੂਝਵਾਨ ਤੁਸੀਂ ਬਣ ਗਏ ਗੁਰੂ ਦੀ ਕਿਰਪਾ ਨਾਲ, ਫਿਰ ਸਾਰਾ ਕੁਝ ਉਹਦਾ ਹੀ ਆ। ਫਿਰ ਸਾਡਾ ਇੱਥੇ ਕੁਝ ਵੀ ਨਹੀਂ, ਸਰੀਰ ਵੀ ਸਾਡਾ ਨਹੀਂ। ਜੇ ਹੰਕਾਰ ਆ ਗਿਆ, ਫਿਰ ਛੋਟੀ ਤੋਂ ਛੋਟੀ ਚੀਜ਼ ਸਾਡੀ ਆ। ਜੇ ਨਿਮਰਤਾ ਆ ਗਈ, ਸਭ ਕੁਝ ਕਹਿਣਾ ਆ ਗਿਆ ਕਿ ਗੁਰੂ ਦਾ, ਫਿਰ ਸਭ ਕੁਝ ਹੋ ਕੇ ਵੀ ਕੁਝ ਵੀ ਸਾਡਾ ਨਹੀਂ, ਸਾਰਾ ਉਹਦਾ ਹੀ ਆ। ਤਾਂ ਧਰਤੀ ਉਹਨੇ ਬਣਾਈ ਆ, ਅੰਨ ਉਗਾਉਣ ਲਈ ਸਾਨੂੰ ਬਖਸ਼ੀ ਆ। ਪਾਣੀ ਉਹਨੇ ਬਣਾਇਆ, ਪਾਣੀ ਤੋਂ ਬਿਨਾਂ ਕੋਈ ਹਰਿਆਵਲ ਨਹੀਂ ਹੋ ਸਕਦੀ। ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਈ।
ਅੱਗ ਜਿਹੜੀ ਆ, ਅੱਗ ਦੇਵਤਾ ਇੱਕ, ਪਾਣੀ ਦੇਵਤਾ ਇੱਕ, ਇਹਨਾਂ ਨੂੰ ਬਾਣੀ ਦੇਵਤੇ ਕਹਿੰਦੀ ਆ। ਜਿਹੜਾ ਪੀ ਕੇ ਸਾਡੀ ਤੇਹ ਬੁਝੇ ਉਹ ਦੇਵਤਾ ਹੀ ਆ। ਜਿਹੜਾ ਆਪ ਮਰ ਕੇ ਸਾਡੀ ਪਿਆਸ ਬੁਝਾਉਂਦਾ, ਸਾਨੂੰ ਜਿਉਂਦੇ ਰੱਖਦਾ, ਤੇ ਉਹ ਫਿਰ ਦੇਵਤਾ ਹੀ ਆ। ਅੰਨ ਦੇਵਤਾ, ਅੰਨ ਦੇਵਤਾ, ਅੰਨ ਜਿਹੜਾ ਹੈ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ। ਅੱਗ ਜੇ ਨਾ ਹੋਵੇ ਆਪਾਂ ਖਾਣਾ ਕਿਵੇਂ ਪਕਾਵਾਂਗੇ? ਇਹ ਵੀ ਵਾਹਿਗੁਰੂ ਦੀ ਦਾਤ ਆ। ਅੱਗੇ ਆ ਬੈਸੰਤਰ ਦੇਵਤਾ, ਲੂਣ। ਲੂਣ ਵੀ ਦੇਵਤਾ ਹੀ ਆ। ਲੂਣ ਤਾਂ ਦੇਵਤਾ ਹੈ ਕਿ ਆਪਾਂ ਸਬਜ਼ੀ ਕੋਈ ਬਣਾ ਲਈ ਤੇ ਉਹਦੇ ਵਿੱਚ ਪਾਇਆ ਹੀ ਨਾ ਆਪਾਂ ਲੂਣ, ਤੇ ਉਹ ਫਿੱਕੀ ਫਿੱਕੀ ਲੱਗਦੀ ਹੈ, ਸਵਾਦ ਨਹੀਂ ਲੱਗਦੀ। ਇਹ ਇੱਕ ਇਹੋ ਜਿਹਾ ਦੇਵਤਾ, ਇਹਦੇ ਬਿਨਾਂ ਭੋਜਨ ਸਵਾਦ ਨਹੀਂ ਬਣ ਸਕਦਾ, ਜਿਹਨੂੰ ਆਪਾਂ ਲੂਣ ਕਹਿੰਦੇ ਹਾਂ। ਇਸ ਕਰਕੇ ਉਹ ਸਮੁੰਦਰ ਦੇ ਵਿੱਚੋਂ ਨਿਕਲਦਾ, ਉਹਨੂੰ ਕੱਢਿਆ ਜਾਂਦਾ। ਸਮੁੰਦਰ ਕਿਹਨੇ ਬਣਾਇਆ? ਵਾਹਿਗੁਰੂ ਨੇ। ਤਾਂ ਜਿੰਨੇ ਜੀਵ ਦੇ ਸਵਾਦ ਆ, ਜਿੰਨਾ ਢਿੱਡ ਭਰਨ ਲਈ ਅੰਨ ਆ, ਜਿੰਨਾ ਪਿਆਸ ਸ਼ਾਂਤ ਕਰਨ ਲਈ ਪਾਣੀ ਆ, ਜਿੰਨਾ ਰੋਟੀ ਪਕਾਉਣ ਲਈ ਆਪਾਂ ਕਹਿ ਸਕਦੇ ਬੈਸੰਤਰ ਆ, ਅੱਗ ਆ, ਇਹ ਸਾਰੇ ਉਹਦੇ ਹੀ ਆ। ਇੱਥੋਂ ਤੱਕ ਕਿ ਜੇ ਆਪਾਂ ਹੋਰ ਇਹਨੂੰ ਨੇੜੇ ਜਾ ਕੇ ਤੱਕੀਏ, ਫਿਰ ਸਾਹ ਜਿਹੜਾ ਆ ਰਿਹਾ ਤੇ ਜਾ ਰਿਹਾ, ਇਹ ਵੀ ਉਹਦਾ ਹੀ ਆ। ਇਹ ਵੀ ਆਪੇ ਭੇਜੇ ਆਪੇ ਸੱਦੇ, ਰਚਨਾ ਰਚ ਰਚ ਦੇਖੇ। ਭੇਜਣ ਵਾਲਾ ਵੀ ਉਹ ਆ। ਭੇਜਣ ਤੋਂ ਭਾਵ ਸਾਹ ਬਖਸ਼ਣ ਵਾਲਾ, ਸੱਦਣ ਤੋਂ ਭਾਵ ਸਾਹ ਖਿੱਚਣ ਵਾਲਾ। ਭੇਜਣ ਤੇ ਸੱਦਣ ਦੀ ਪ੍ਰਕਿਰਿਆ ਰੱਬ ਦੇ ਹੱਥ 'ਚ ਆ। ਹੋਰ ਕੋਈ ਦੂਜੀ ਸ਼ਕਤੀ ਨਹੀਂ ਹੈਗੀ, ਕੋਈ ਸ਼ੈਤਾਨ ਨਹੀਂ ਹੈਗਾ, ਰੱਬ ਹੀ ਆ। ਉਹੀ ਮਾਰਦਾ, ਉਹੀ ਜਿਵਾਲਦਾ। ਆਪੇ ਮਾਰ ਜੀਵਾਲਦਾ, ਬਾਣੀ ਦੀਆਂ ਪੰਕਤੀਆਂ ਨੇ। ਜਿਉਂਦਾ ਵੀ ਉਹੀ ਰੱਖਦਾ, ਮਾਰਦਾ ਵੀ ਉਹੀ ਹੈ, ਕਿਉਂਕਿ ਉਹਦੀ ਖੇਡ ਆ। ਉਹਨੂੰ ਬਣਾ ਕੇ ਕੋਈ ਨਫਾ ਨਹੀਂ, ਉਹਨੂੰ ਢਾਹ ਕੇ ਕੋਈ ਨੁਕਸਾਨ ਨਹੀਂ, ਬਸ ਖੇਡ ਆ ਬੱਚਿਆਂ ਦੇ ਵਾਂਗ। ਤਾਂ ਰੱਬ ਦੇ ਮਲਾਇਆਂ ਨੂੰ ਰੱਬ ਹੀ ਵਿਛੋੜਦਾ। ਸਾਰੀਆਂ ਚੀਜ਼ਾਂ ਉਹਦੀਆਂ ਬਖਸ਼ੀਆਂ ਨੇ। ਨੀਂਦ ਵੀ ਉਹਦੀ ਬਖਸ਼ੀ ਆ। ਜੇ ਨੀਂਦ ਨਾ ਆਵੇ ਬੰਦੇ ਨੂੰ, ਨੀਂਦ ਇੱਕ ਦਾਤ ਆ, ਕੁਦਰਤ ਦਾ ਤੋਹਫਾ। ਨੀਂਦ ਜਿਹੜੀ ਸਮੇਂ ਸਿਰ ਆਪਾਂ ਸੌਂਦੇ ਆ, ਜੇ ਇਹ ਨਾ ਹੋਵੇ ਬੰਦਾ ਤਣਾਅ ਦੇ ਵਿੱਚ ਚਲਿਆ ਜਾਂਦਾ। ਨੀਂਦ ਇੱਕ ਦਾਤ ਆ, ਹਰ ਇੱਕ ਚੀਜ਼ ਉਹਦੀ ਦਾਤ ਆ। ਜੇ ਐਵੇਂ ਸੋਚੋਗੇ ਤੇ ਅਹਿਸਾਨ ਦੇ ਨਾਲ ਭਰੋਗੇ, ਰੱਬ ਨੂੰ ਫਿਰ ਚੇਤੇ ਕਰਨ ਦੀ ਲੋੜ ਨਹੀਂ ਪੈਣੀ, ਉਹ ਚੇਤੇ ਆਊਗਾ। ਦੋ ਗੱਲਾਂ ਹੁੰਦੀਆਂ, ਇੱਕ ਤਾਂ ਮੈਂ ਰੱਬ ਨੂੰ ਚੇਤੇ ਕਰਨਾ ਪੈਂਦਾ ਮੈਨੂੰ, ਕਿਉਂਕਿ ਮੈਂ ਉਹਨੂੰ ਭੁੱਲ ਜਾਂਦਾ। ਇੱਕ ਇਹ ਹੋ ਗਈ, ਇਹ ਹਜੇ ਅਵਸਥਾ ਬੜੀ ਉੱਚੀ ਨਹੀਂ, ਕਿਉਂਕਿ ਮੈਂ ਭੁੱਲ ਜਾਂਦਾ। ਹੈਗੀ ਇਹ ਵੀ ਉੱਚੀ ਆ, ਪਰ ਇਤਨੀ ਉੱਚੀ ਨਹੀਂ। ਇੱਕ ਇਹ ਆ, ਮੈਨੂੰ ਉਹ ਭੁੱਲਦਾ ਹੀ ਨਹੀਂ, ਮੈਨੂੰ ਉਹ ਭੁੱਲਦਾ ਹੀ ਨਹੀਂ। ਤਾਂ ਹੀ ਕਹਿੰਦੇ ਆ, ਗੱਲ ਉਦੋਂ ਨਹੀਂ ਬਣਦੀ ਜਦੋਂ ਉਹਨੂੰ ਤੁਸੀਂ ਮੁੜ ਮੁੜ ਚੇਤੇ ਕਰ ਰਹੇ ਹੋ। ਗੱਲ ਉਦੋਂ ਬਣਦੀ ਆ ਜਦੋਂ ਉਹ ਭੁੱਲਦਾ ਹੀ ਨਹੀਂ ਹੈਗਾ। ਭਗਤਾਂ ਨੂੰ ਉਹ ਭੁੱਲਦਾ ਨਹੀਂ, ਸਾਨੂੰ ਥੋੜ੍ਹਾ ਥੋੜ੍ਹਾ ਕਦੇ ਯਾਦ ਆ ਜਾਂਦਾ, ਫਿਰ ਭੁੱਲ ਜਾਂਦਾ, ਫਿਰ ਯਾਦ ਆ ਜਾਂਦਾ, ਫਿਰ ਭੁੱਲ ਜਾਂਦਾ। ਇਹ ਲਗਾਤਾਰ ਤੁਹਾਨੂੰ ਯਾਦ ਰਹਿਣਾ ਚਾਹੀਦਾ। ਸਿੱਖ ਨੂੰ ਸਦਾ ਹੀ ਗੁਰੂ ਦੀ ਯਾਦ ਬਣੀ ਰਹਿਣੀ ਚਾਹੀਦੀ ਹੈ। ਜਦੋਂ ਤੁਸੀਂ ਭੁੱਲ ਜਾਂਦੇ ਹੋ, ਜਦੋਂ ਉੱਥੇ ਤੁਸੀਂ ਗਲਤੀ ਕਰਦੇ ਹੋ। ਇੱਕ ਛੋਟੀ ਜਿਹੀ ਕਹਾਣੀ ਮਹਾਂਪੁਰਖਾਂ ਦੀ ਪੜ੍ਹ ਰਹੇ ਸੀ, ਬੜੀ ਪਿਆਰੀ ਹੈ, ਸਭ ਨੇ ਪਹਿਲਾਂ ਸੁਣੀ ਹੋਵੇਗੀ। ਕੋਈ ਰੱਬ ਦੇ ਪਿਆਰੇ ਸੀ, ਉਹਨਾਂ ਕੋਲ ਦੋ ਵਿਦਿਆਰਥੀ ਆਉਂਦੇ ਆ ਸਿੱਖਣ ਲਈ। ਉਹ ਦੋਨਾਂ ਨੂੰ ਦੋ ਪਰਿੰਦੇ ਦੇ ਕੇ ਆਖਦੇ ਆ, ਪਹਿਲਾਂ ਤੁਸੀਂ ਇਉਂ ਕਰੋ, ਇਹ ਦੋ ਪਰਿੰਦੇ ਮੈਂ ਤੁਹਾਨੂੰ ਇੱਕੋ ਹੀ ਦਿਨਾ, ਇੱਕੋ ਜਿਹੇ ਨੇ ਜੋ ਬਿਲਕੁਲ, ਇਹਨਾਂ ਨੂੰ ਉੱਥੇ ਮਾਰ ਕੇ ਆਓ ਜਿੱਥੇ ਕੋਈ ਨਹੀਂ ਵੇਖ ਰਿਹਾ। ਇੱਕ ਜਿਹੜਾ ਸੀ ਉਹਨੇ ਕੀ ਕੀਤਾ ਕਿ ਦਰਖਤ ਦੇ ਓਹਲੇ ਹੋ ਕੇ ਉਹਦੀ ਧੌਣ ਮਰੋੜਤੀ, ਮਾਰਤਾ। ਦੂਜਾ ਜਦੋਂ ਮਾਰਨ ਲੱਗਾ ਉਹ ਸੋਚਦਾ, ਸੰਤਾਂ ਨੇ ਕਿਹਾ ਇਹਨੂੰ ਉੱਥੇ ਮਾਰਿਓ ਜਿੱਥੇ ਕੋਈ ਨਹੀਂ ਵੇਖ ਰਿਹਾ। ਇਹ ਤਾਂ ਮੈਨੂੰ ਵੇਖ ਰਿਹਾ, ਕਿ ਲੋਕ ਨਹੀਂ ਵੇਖ ਰਹੇ, ਮੈਂ ਇਹਨੂੰ ਦੇਖ ਰਿਹਾ। ਜੇ ਮੈਂ ਅੱਖਾਂ 'ਤੇ ਪੱਟੀ ਬੰਨਾਂ ਤੇ ਇਹਦੇ ਅੱਖਾਂ 'ਤੇ ਹੱਥ ਰੱਖ ਕੇ ਇਹਨੂੰ ਮਾਰਦਾ, ਫਿਰ ਰੱਬ ਦੇਖ ਰਿਹਾ। ਤਾਂ ਹੌਲੀ ਹੌਲੀ ਉਹਨੇ ਲੰਮਾ ਸੋਚਿਆ, ਉਹਨੇ ਜਲਦੀ 'ਚ ਫੈਸਲਾ ਨਹੀਂ ਕੀਤਾ ਅਤੇ ਉਹ ਵਾਪਸ ਪਰਿੰਦੇ ਨੂੰ ਜਿਉਂਦਾ ਹੀ ਲੈ ਆਇਆ, ਦੂਜਾ ਮਾਰ ਕੇ ਲੈ ਆਇਆ। ਫਿਰ ਉਹਨਾਂ ਸੰਤਾਂ ਨੇ ਕਿਹਾ ਕਿ ਬਿਲਕੁਲ ਇੱਕ ਸਮਝਾਉਣ ਲਈ ਕਹਾਣੀ ਬਣਾਈ ਗਈ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਬੰਦਾ ਉਦੋਂ ਗਲਤੀਆਂ ਕਰਦਾ ਜਦੋਂ ਰੱਬ ਨੂੰ ਭੁੱਲ ਜਾਂਦਾ। ਤਾਂ ਸਾਨੂੰ ਯਾਦ ਆਉਂਦਾ, ਫਿਰ ਭੁੱਲ ਜਾਂਦਾ, ਫਿਰ ਯਾਦ ਆਉਂਦਾ, ਫਿਰ ਭੁੱਲ ਜਾਂਦਾ। ਇਹ ਪ੍ਰੋਸੈਸ ਵਾਲਾ ਕੋਈ ਵਧੀਆ ਨਹੀਂ, ਲਗਾਤਾਰ ਉਹਦੀ ਯਾਦ ਹੋਣੀ ਚਾਹੀਦੀ, ਲਗਾਤਾਰ।
ਫਿਰ ਬੰਦਾ ਕਦੇ ਗਲਤ ਨਹੀਂ ਹੁੰਦਾ। ਜੇ ਉਹ ਯਾਦ ਆ ਰਿਹਾ ਭੁੱਲ ਰਿਹਾ, ਜਿੱਥੇ ਉਹ ਭੁੱਲ ਗਿਆ ਉੱਥੇ ਤੁਸੀਂ ਗਲਤ ਹੋ ਜਾਣਾ। ਬਸ ਉਹਨੂੰ ਭੁੱਲਣਾ ਹੀ ਨਰਕ ਆ, ਉਹਨੂੰ ਯਾਦ ਰੱਖਣਾ ਹੀ ਸਵਰਗ ਆ। ਰੱਬ ਨੂੰ ਯਾਦ ਰੱਖਣਾ ਸਵਰਗ ਆ, ਰੱਬ ਨੂੰ ਭੁੱਲ ਜਾਣਾ ਨਰਕ ਆ। ਨਰਕ ਕੋਈ ਹੋਰ ਚੀਜ਼ ਨਹੀਂ, ਤੈਨੂੰ ਭੁੱਲਣਾ ਹੀ ਨਰਕ ਆ। ਸਵਰਗ ਕੋਈ ਹੋਰ ਚੀਜ਼ ਨਹੀਂ ਹੈਗੀ ਵੀ ਸਵਰਗ ਉੱਥੇ ਇਹ ਕੁਝ ਬਣਿਆ ਹੋਇਆ, ਉੱਥੇ ਇਸ ਤਰ੍ਹਾਂ ਦੇ ਅੰਮ੍ਰਿਤ ਦੇ ਜਿਹੜੇ ਸਮੁੰਦਰ ਵਗਦੇ ਆ। ਸਵਰਗ ਉਹਦੀ ਯਾਦ ਹੀ ਸਵਰਗ ਆ, ਉਹਨੂੰ ਭੁੱਲ ਜਾਣਾ ਹੀ ਨਰਕ ਆ, ਉਹਨੂੰ ਯਾਦ ਰੱਖਣਾ ਹੀ ਸਵਰਗ ਆ। ਨਿਮਰਤਾ ਹੀ ਸਭ ਤੋਂ ਵੱਡੀ ਕਰਾਮਾਤ ਆ, ਨਿਮਰਤਾ ਹੀ ਬਾਣੀ ਵਿੱਚ ਸਭ ਤੋਂ ਵੱਡੀ ਕਰਾਮਾਤ ਹੈ। ਰੱਬ ਨੂੰ ਯਾਦ ਰੱਖਣਾ ਸਵਰਗ ਆ, ਆਪਦੇ ਗੁਰੂ ਨੂੰ ਭੁੱਲ ਜਾਣਾ ਨਰਕ ਆ। ਭਾਈ ਨੰਦ ਲਾਲ ਸਾਹਿਬ ਜੀ ਦੀ ਇੱਕ ਗਜ਼ਲ ਆ, ਜ਼ਿੰਦਗੀ ਨਾਮਾ ਉਹਨਾਂ ਦੀ ਕਿਤਾਬ ਆ, ਦੋ ਨਾਮਾਂ ਦੇ ਨਾਲ ਮਿਲਦੀ ਆ, ਬੰਦਗੀ ਨਾਮਾ ਜ਼ਿੰਦਗੀ ਨਾਮਾ। ਉਹਦੇ ਵਿੱਚ ਉਹ ਕਹਿੰਦੇ ਆ, ਨੰਦ ਲਾਲ ਪ੍ਰਭ ਸਿਮਰਨ ਬਾਝੋਂ, ਨੰਦ ਲਾਲ ਪ੍ਰਭ ਸਿਮਰਨ ਬਾਝੋਂ, ਜ਼ਿੰਦਗੀ ਮੂਲ ਰਹਾਵੇ ਨਾ, ਛੇਤੀ ਦਿਓ ਰਹਾਈ ਮੈਨੂੰ, ਮਨ ਪ੍ਰੀਤਮ ਬਲ ਧਾਇਆ ਜੀ। ਛੇਤੀ ਦਿਓ ਰਹਾਈ ਮੈਨੂੰ, ਮਨ ਪ੍ਰੀਤਮ ਬਲ ਧਾਇਆ ਜੀ। ਨੰਦ ਲਾਲ ਪ੍ਰਭ ਸਿਮਰਨ ਬਾਝੋਂ, ਜ਼ਿੰਦਗੀ ਮੂਲ ਰਹਾਵੇ ਨਾ। ਉਹ ਜ਼ਿੰਦਗੀ ਤਾਂ ਨਰਕ ਹੀ ਆ ਜਿਹੜੀ ਉਹਦੀ ਯਾਦ ਬਿਨਾਂ ਲੰਘਦੀ ਆ। ਉਹ ਦਿਨ ਕਾਹਦਾ ਜਦੋਂ ਤੇਰੀ ਯਾਦ ਨਾ ਆਵੇ, ਦਿਨ ਉਹੀ ਦਿਨ ਆ ਜਦੋਂ ਤੂੰ ਯਾਦ ਆਵੇਂ, ਰਾਤ ਉਹੀ ਰਾਤ ਆ ਜਦੋਂ ਤੇਰੇ ਨਾਲ ਪ੍ਰੀਤ ਬਣੇ। ਉਹ ਦਿਨ ਆ, ਬਾਕੀ ਦਿਨ ਨਹੀਂ ਹੈਗੇ, ਬਾਕੀ ਰਾਤ ਨਹੀਂ ਕਹੀ ਜਾ ਸਕਦੀ। ਨੰਦ ਲਾਲ ਪ੍ਰਭ ਸਿਮਰਨ ਬਾਝੋਂ, ਸਿਮਰਨ ਤੋਂ ਬਿਨਾਂ ਜ਼ਿੰਦਗੀ ਮੂਲ ਰਹਾਵੇ ਨਾ, ਛੇਤੀ ਦਿਓ ਰਹਾਈ ਮੈਨੂੰ, ਮਨ ਪ੍ਰੀਤਮ ਬਲ ਧਾਇਆ ਜੀ। ਛੇਤੀ ਮੈਨੂੰ ਰਹਾਈ ਦਿਓ, ਛੇਤੀ ਤੋਂ ਛੇਤੀ ਵਿਕਾਰਾਂ ਨੂੰ ਕਹਿ ਰਿਹਾ ਮੈਨੂੰ ਛੁੱਟੀ ਦਿਓ, ਮੈਂ ਆਪਦੇ ਪ੍ਰੀਤਮ ਵੱਲ ਜਾਣਾ ਚਾਹੁੰਦਾ, ਤੁਸੀਂ ਮੈਨੂੰ ਜਕੜੀ ਕਰਦੇ ਆ, ਮੈਨੂੰ ਰਹਾਈ ਦਿਓ, ਮੇਰਾ ਮਨ ਉੱਧਰ ਜਾਣ ਨੂੰ ਕਰ ਰਿਹਾ। ਤੇਰੇ ਭਜਨ ਦੀ ਸਿੱਕ ਨੇ ਮੈਨੂੰ ਮਨੁੱਖ ਸਰੀਰ ਵਿੱਚ ਲਿਆਂਦਾ ਹੈ। ਵਾਹਿਗੁਰੂ ਭਾਈ ਨੰਦ ਲਾਲ ਜੀ ਦੇ ਬਚਨਾਂ ਨੂੰ ਗੌਰ ਨਾਲ ਸੁਣਿਓ, ਬੜੇ ਪਿਆਰੇ ਆ। 5 ਬੰਦ ਆ ਪਹਿਲੀ ਗਜ਼ਲ ਦੇ। ਹੇ ਵਾਹਿਗੁਰੂ ਤੇਰੇ ਭਜਨ ਦੀ ਸਿੱਕ ਨੇ ਮੈਨੂੰ ਇਹ ਮਨੁੱਖ ਦੇ ਜਨਮ 'ਚ ਲਿਆਂਦਾ, ਨਹੀਂ ਤਾਂ ਇਸ ਤਰ੍ਹਾਂ ਦਾ ਆਉਣ ਦਾ ਮੈਨੂੰ ਕੋਈ ਸ਼ੌਂਕ ਨਹੀਂ ਸੀ। ਬਾਰ-ਬਾਰ ਜਨਮ ਲੈਣਾ, ਮਰ ਜਾਣਾ, ਇਹ ਕੋਈ ਸ਼ੌਂਕ ਨਹੀਂ ਸੀ ਮੇਰਾ। ਤੇਰੇ ਭਜਨ ਦੇ ਸ਼ੌਂਕ ਨੇ ਮਨੁੱਖਾ ਜਨਮ ਮੈਨੂੰ ਬਖਸ਼ਿਆ, ਕਿਉਂਕਿ ਇਹਦੇ ਵਿੱਚ ਹੀ ਬੰਦਗੀ ਹੋ ਸਕਦੀ ਆ, ਮਨੁੱਖ ਹੀ ਬੰਦਗੀ ਕਰ ਸਕਦਾ। ਉਮਰ ਉਹ ਚੰਗੀ ਆ ਜਿਹੜੀ ਸਿਮਰਨ ਕਰਦਿਆਂ ਗੁਜ਼ਰਦੀ ਹੁੰਦੀ ਆ। ਉਮਰ ਕਿਹੜੀ ਚੰਗੀ ਆ ਜਿਹੜੀ ਸਿਮਰਨ ਕਰਦਿਆਂ ਗੁਜ਼ਰਦੀ ਹੁੰਦੀ ਆ। ਨਹੀਂ ਤਾਂ ਫਿਰ ਇਸ ਨੀਲੇ ਗੁੰਬਦ ਦੇ ਥੱਲੇ ਰਹਿਣ ਦਾ ਕੀ ਫਾਇਦਾ। ਗੁੰਬਦ ਉਹਨਾਂ ਨੇ ਵਰਤਿਆ ਅਸਮਾਨ ਲਈ, ਨੀਲਾ ਗੁੰਬਦ। ਉਮਰ ਉਹੀ ਗਿਣੀ ਜਾਂਦੀ ਆ ਜਿਹੜੀ ਭਜਨ ਸਿਮਰਨ ਕਰਦਿਆਂ ਬੀਤਦੀ ਆ। ਉਹ ਉਮਰ ਨਹੀਂ ਹੁੰਦੀ ਜਿਹੜੀ ਕਲੇਸ਼ ਕਰਦਿਆਂ ਬੀਤਦੀ ਆ, ਜੋ ਝਗੜਿਆਂ ਕਰਦਿਆਂ ਬੀਤਦੀ ਆ। ਉਮਰ ਉਹੀ ਗਿਣੀ ਜਾਂਦੀ ਆ ਰੱਬ ਦੀ ਦਰਗਾਹ ਵਿੱਚ ਜਿਹੜੀ ਸਿਮਰਨ ਕਰਦਿਆਂ ਬੀਤੇ। ਨਹੀਂ ਫਿਰ ਇਸ ਨੀਲੇ ਗੁੰਬਦ ਦੇ ਥੱਲੇ ਰਹਿਣ ਦਾ ਕੀ ਲਾਭ ਹੈ ਬੰਦੇ ਨੂੰ? ਕੋਈ ਵੀ ਨਹੀਂ। ਜਦੋਂ ਤੂੰ ਯਾਦ ਨਹੀਂ ਆਉਂਦਾ ਵਾਹਿਗੁਰੂ, ਮੈਂ ਮਰ ਜਾਂਦਾ ਹਾਂ। ਤੇਰੇ ਸਿਮਰਨ ਤੋਂ ਬਿਨਾਂ ਇਸ ਤਰ੍ਹਾਂ ਜਿਉਣ ਦਾ ਮੈਨੂੰ ਕੋਈ ਲਾਭ ਨਹੀਂ। ਆਖਾਂ ਜੀਵਾਂ ਬਿਸਰੈ ਮਰ ਜਾਓ। ਜਦੋਂ ਤੂੰ ਮੈਨੂੰ ਚੇਤੇ ਆਉਣਾ ਮੈਂ ਜਿਉਣਾ, ਜਦੋਂ ਤੂੰ ਭੁੱਲ ਜਾਣਾ ਮੈਂ ਮਰ ਜਾਣਾ। ਮਰਨ ਤੋਂ ਭਾਵ ਇਹਨਾਂ ਦਾ ਇਹ ਨਹੀਂ ਕਿ ਉਹ ਲਾਸ਼ ਬਣ ਗਏ, ਮਰਨ ਤੋਂ ਭਾਵ ਇਹ ਆ ਵੀ ਉਹਨਾਂ ਦੇ ਗੁਣ ਮਰ ਜਾਂਦੇ, ਫਿਰ ਉਹ ਚੰਗਾ ਕੰਮ ਨਹੀਂ ਕੋਈ ਕਰ ਸਕਦੇ। ਜਦੋਂ ਤੂੰ ਮੈਨੂੰ ਭੁੱਲ ਜਾਣਾ ਉਦੋਂ ਮੇਰੇ ਚੰਗੇ ਗੁਣ ਗਲ ਜਾਂਦੇ ਆ। ਹਰ ਬਿਸਰਤ ਤੇਰੇ ਗੁਣ ਗਲਿਆ, ਮੈਂ ਤਾਂ ਤਨ ਮਨ ਕਰਕੇ ਕੁਰਬਾਨ ਹਾਂ ਉਹ ਪੈਰਾਂ ਦੀ ਪਵਿੱਤਰ ਖਾਕ ਤੋਂ, ਜਿਹੜੇ ਮੈਨੂੰ ਤੇਰੇ ਰਾਹ ਵੱਲ ਲੈ ਕੇ ਜਾਂਦੇ ਆ, ਜਿਹੜੇ ਮੈਨੂੰ ਕਹਿੰਦੇ ਆ ਕਿ ਉਹ ਦੇਖ ਸੱਚੇ ਆ ਨੰਦ ਲਾਲ, ਉਹ ਪੈਰਾਂ ਤੋਂ ਮੈਂ ਸਦਕੇ ਹਾਂ, ਟੋਟੇ ਟੋਟੇ ਹੋ ਕੇ ਕੁਰਬਾਨ ਆ ਉਹ ਖਾਕ ਤੋਂ, ਉਹ ਪੈਰਾਂ ਦੀ ਜਿਹੜੇ ਮੈਨੂੰ ਤੇਰੇ ਵੱਲ ਜੋੜਦੇ ਆ। ਜਦੋਂ ਆਕਾਸ਼ ਤੇ ਧਰਤੀ ਦਾ ਕੋਈ ਨਿਸ਼ਾਨ ਤੱਕ ਨਹੀਂ ਸੀ, ਨੰਦ ਲਾਲ ਨੇ ਉਦੋਂ ਤੁਹਾਨੂੰ ਮੱਥਾ ਟੇਕਿਆ, ਉਦੋਂ ਤੁਹਾਨੂੰ ਸਜਦਾ ਕੀਤਾ। ਮੈਨੂੰ ਸ਼ੌਂਕ ਉਦੋਂ ਦਾ ਬੰਦਗੀ ਦਾ
ਜਦੋਂ ਧਰਤੀ ਵੀ ਨਹੀਂ ਸੀ ਬਣੀ। ਤਾਂ ਹੀ ਤਾਂ ਇਹੀ ਖਿੱਚ ਮੈਨੂੰ ਲਿਆਈ ਆ ਧਰਤੀ ਤੇ। ਇਸ ਕਰਕੇ ਤੇਰੇ ਸਿਮਰਨ ਬਿਨਾ ਨੰਦ ਲਾਲ ਜਿਉ ਨਹੀਂ ਸਕਦਾ। ਇਸ ਲਈ ਮੈਂ ਆਪਣੇ ਮਿੱਤਰਾਂ ਨੂੰ ਕਹਿਣਾ, ਮੈਨੂੰ ਛੁੱਟੀ ਦਿਓ, ਮੈਂ ਆਪਦੇ ਪ੍ਰੀਤਮ ਵੱਲ ਜਾਣਾ ਚਾਹੁੰਦਾ। ਮਿੱਤਰ ਕਿਹੜੇ ਨੇ? ਜਿਨ੍ਹਾਂ ਨਾਲ ਪੁਰਾਣੀ ਦੋਸਤੀ ਆ। ਵਿਕਾਰ ਮਿੱਤਰ ਹੀ ਬਣ ਗਏ ਜਦੋਂ ਆਪਾਂ ਉਹਨਾਂ ਨੂੰ ਪਾਲ ਲਿਆ। ਕਿਸੇ ਨੇ ਗੁੱਸੇ ਨੂੰ ਵੱਡਾ ਕਰਕੇ ਬਹੁਤ ਵੱਡਾ ਬਣਾ ਲਿਆ, ਕਿਸੇ ਨੇ ਲਾਲਚ ਨੂੰ ਪਾਲਿਆ ਹੋਇਆ, ਕਿਸੇ ਨੇ ਤ੍ਰਿਸ਼ਨਾ ਨੂੰ ਪਾਲਿਆ। ਧੀਆਂ ਪੁੱਤਾਂ ਵਾਂਗ ਬੰਦਾ ਅੰਦਰ ਪਾਲਦਾ ਆਪਦੇ ਮਨ ਦੇ। ਇਹ ਪਰਿਵਾਰ ਆ ਬੰਦੇ ਦਾ। ਮੈਂ ਆਪਦੇ ਪਰਿਵਾਰ ਨੂੰ ਤੇ ਮਿੱਤਰਾਂ ਨੂੰ ਕਹਿੰਦਾ, ਮੈਨੂੰ ਛੁੱਟੀ ਦਿਓ, ਮੈਂ ਆਪਦੇ ਪ੍ਰੀਤਮ ਵੱਲ ਜਾਣਾ ਚਾਹੁੰਦਾ। ਨੰਦ ਲਾਲ ਪ੍ਰਭ ਸਿਮਰਨ ਬਾਝੋਂ, ਜ਼ਿੰਦਗੀ ਮੂੜ ਰਹਾਵੇ ਨਾ। ਛੇਤੀ ਦਿਓ ਰਹਾਈ ਮੈਨੂੰ, ਮਨ ਪ੍ਰੀਤਮ ਵੱਲ ਧਾਇਆ ਜੀ, ਮਨ ਪ੍ਰੀਤਮ ਵੱਲ ਧਾਇਆ ਜੀ। ਹੇ ਵਿਕਾਰ, ਜਿੰਨਾ ਗੁੱਸਾ ਹੈ ਬੰਦੇ ਅੰਦਰ, ਉਹਨੂੰ ਆਨੰਦ ਲਾਲ ਜੀ ਕਹਿ ਰਿਹਾ, ਤੂੰ ਮੇਰਾ ਖਹਿੜਾ ਛੱਡ ਦੇ, ਮੈਨੂੰ ਛੁੱਟੀ ਦੇ, ਮੈਂ ਆਪਦੇ ਪ੍ਰੀਤਮ ਵੱਲ ਜਾਣਾ ਚਾਹੁੰਦਾ, ਆਨੰਦਪੁਰ ਸਾਹਿਬ ਜਾਣਾ ਚਾਹੁੰਦਾ, ਗੁਰੂ ਕੋਲੇ। ਇਹ ਜ਼ਿੰਦਗੀ ਨਾਮੇ ਦੀ ਪਹਿਲੀ ਗਜ਼ਲ ਆ। ਇਹ ਪਤਾ ਕਿਹੜੀ ਕਿਤਾਬ ਆ? ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਜਿਹੜਾ ਇਹਨੂੰ ਪੜ੍ਹੂਗਾ, ਜਿਹੜਾ ਇਹਨੂੰ ਪੜ੍ਹੂਗਾ ਜਾਂ ਸੁਣੂਗਾ, ਉਹਨੂੰ ਜ਼ਿੰਦਗੀ ਮਿਲੂਗੀ। ਪਹਿਲਾ ਨਾਮ ਇਹਦਾ ਬੰਦਗੀ ਨਾਮਾ ਸੀ। ਭਾਈ ਨੰਦ ਲਾਲ ਜੀ ਨੇ ਤਾਂ ਇਹਦਾ ਨਾਮ ਬੰਦਗੀ ਨਾਮਾ ਰੱਖਿਆ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪੜ੍ਹੀ ਸੀ, ਪੱਥੇ 'ਚੋਂ ਤੀਰ ਕੱਢ ਕੇ ਤੀਰ ਦੇ ਨਾਲ ਉੱਤੇ ਲਿਖਿਆ, ਕਹਿੰਦੇ ਨੰਦ ਲਾਲ, ਇਹ ਬੰਦਗੀ ਨਾਮਾ ਤਾਂ ਹੈਗਾ ਹੀ ਆ, ਪਰ ਇਹਦਾ ਅਸਲੀ ਨਾਮ ਜ਼ਿੰਦਗੀ ਨਾਮਾ। ਇਹ ਜ਼ਿੰਦਗੀ ਮਿਲੂ ਜਿਹੜਾ ਇਹਨੂੰ ਪੜ੍ਹੂਗਾ। ਤਾਂ ਉਹਦੀ ਪਹਿਲੀ ਗਜ਼ਲ ਤੁਸੀਂ ਸਰਵਣ ਕੀਤੀ ਹੈ। ਰੋਜ਼ ਆਪਾਂ ਇਹਦੀ ਇੱਕ ਗਜ਼ਲ ਸੰਗਤ ਵਿੱਚ ਰੱਖਾਂਗੇ। ਬਹੁਤ ਪਿਆਰੀਆਂ ਗਜ਼ਲਾਂ ਨੇ। ਤਾਂ ਉਹ ਤਾਂ ਫਿਰ ਫਾਰਸੀ ਦੇ ਵਿੱਚ ਆ, ਅਤੇ ਫਾਰਸੀ ਸਾਨੂੰ ਸਮਝ ਨਹੀਂ ਆਉਂਦੀ, ਤਾਂ ਉਹਦਾ ਪੰਜਾਬੀ ਵਿੱਚ ਜਿਹੜਾ ਅਨੁਵਾਦ ਹੋਇਆ ਵਾ ਉਹ ਸਮਝ ਆਉਂਦਾ, ਉਹ ਆਪਾਂ ਰੱਖਿਆ। ਜੇ ਆਪਾਂ ਫਾਰਸੀ ਪੜ੍ਹ ਵੀ ਦੇਵਾਂਗੇ ਇੱਥੇ, ਉਹਦੀ ਸਮਝ ਕੋਈ ਨਹੀਂ ਆਉਣੀ। ਇਸ ਕਰਕੇ ਆਪਾਂ ਪੰਜਾਬੀ ਵਿੱਚ ਹੀ ਇਹ ਗਜ਼ਲਾਂ ਨੂੰ, ਇੱਕ ਗਜ਼ਲ ਜਿਹੜੀ ਆ ਰੋਜ਼ ਪੜ੍ਹਿਆ ਕਰਾਂਗੇ, ਕਿਉਂਕਿ ਜਿਹੜਾ ਇਹਨੂੰ ਸੁਣਦਾ ਉਹਨੂੰ ਜ਼ਿੰਦਗੀ ਮਿਲਦੀ ਹੈ। ਨੰਦ ਲਾਲ ਬਿਨ ਸਿਮਰਨ ਬਾਝੋਂ, ਸਿਮਰਨ ਤੋਂ ਬਿਨਾਂ ਜ਼ਿੰਦਗੀ ਮੂਲ ਰਹਾਵੇ ਨਾ। ਛੇਤੀ ਦਿਓ ਰਹਾਈ ਮੈਨੂੰ, ਮਨ ਪ੍ਰੀਤਮ ਵੱਲ ਧਾਇਆ ਜੀ। ਹੁਣ ਮੈਨੂੰ ਰਹਾਈ ਦਿਓ, ਮੈਂ ਥੋੜ੍ਹਾ ਜਿਹਾ ਸਿਮਰਨ ਕਰਾਂ। ਵਿਕਾਰਾਂ ਨੂੰ ਕਹਿ ਰਿਹਾ, ਤੁਸੀਂ ਪਾਸੇ ਹੋ ਜਾਓ, ਮੈਨੂੰ 2 ਮਿੰਟ ਵਾਹਿਗੁਰੂ ਦਾ ਸਿਮਰਨ ਕਰਨ ਦਿਓ। ਭੁੱਲ ਚੁੱਕ ਦੀ ਖਿਮਾ, ਸੰਗਤ ਦੀ ਸ਼ਾਨ ਬੜੀ ਉੱਚੀ ਆ। ਗੁਰੂ ਮਹਾਰਾਜ ਤਾਂ ਹੈਗੇ ਹੀ ਉੱਚੇ ਆ। ਗੁਰੂ ਸਾਹਿਬ ਬਖਸ਼ਣ ਯੋਗ ਆ, ਸੰਗਤ ਬਖਸ਼ ਲਵੇ। ਆਓ ਰਲ ਕੇ 1 ਮਿੰਟ ਵਾਹਿਗੁਰੂ ਕਹੀਏ ਜੀ। ਵਾਹਿਗੁਰੂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਤੂੰ ਠਾਕੁਰ।